सतनाम श्री वाहिगुरु साहिब जीओ। श्री राग महला पंजवा। संत जन हो मिल भाई हो, सच्चा नाम संभाल। तो सा बंदो हो जीव का, ऐथै ओथै नाल। गुर पूरे ते पाईऐ, अपनी नदर निहाल। कर्म प्राप्त तिस होवै, जिस नौ होए दयाल। मेरे मन गुर जेवड अवर ना कोय। मेरे मन गुर जेवड अवर ना कोय। दूजा थाओ ना को सुझै, गुर मेले सच सोए रहाओ। सगल पदार्थ तिस मिलै, जिन गुर डिठा जाए। गुर चरणी जिन मन लगा, से वड भागी माए। गुर दाता समरथ गुर, गुर सब में रहा समाए। गुर परमेश्वर पार ब्रह्म, गुर डुबदा ले तराए। कित मुख गुर सा लाहीऐ, करण कारण समरथ। से मथे निहचल रहे, जिन गुर धारिया हथ। गुर अमृत नाम प्यालिया, जन्म मरण का पथ। गुर परमेश्वर सेविया, भै भंजन दुख लथ। सतगुर गहर गंभीर है, सुख सागर अग खंड। जिन गुर सेविया अपना, जमदूत न लागै डंड। गुर नाल तुलना लगई, खोज डिठा ब्रह्मंड। नाम निधान सतगुर दिया, सुख नानक मन में मंड। वाहिगुरु जी का खालसा, वाहिगुरु जी की फतेह। हाजरा हजूर जुगो जुग अटल, चवर छत्र तख्त दे मालिक साहिब श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल हर रोज़ फेसबुक लाइव आडियो के माध्यम दे राहीं ते ग्लोबल गुरबाणी विचार व्हाट्सएप ग्रुप के राही जो गुरु कीਆਂ प्यारियां संगतां जुड़ियां ने, रल मिल के सतगुरु की पावन गुरु शब्द की विचार रोजाना आप जी के हाज़री विच लैके हाज़र हुन्ने आ, जिस विच हुण तक लड़ीवार धन धन साहिब श्री गुरु ग्रंथ साहिब जी दे विचों श्री राग दे 99 नंबर शब्द तक आपां विचार कर चुके हैं। अज जिहड़ा शब्द आप जी ने हुणे हुणे सरवण कीता है, ये 90 नंबर शब्द है, 90 नंबर शब्द है श्री राग जी दे विचों ते साहिब श्री गुरु ग्रंथ साहिब जी दे पावन अंक नंबर 49 तो 50 तक, 49 तो 50 तक सुभाएमान है।
ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ। ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਰਹਾਉ ਦੇ ਬੰਦ ਵਿੱਚ ਜਿਹੜੀ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੀਵਨ ਦੇ ਵਿੱਚ ਸਤਿਗੁਰ ਦੀ ਕੀ ਮਹਾਨਤਾ ਹੈ, ਕਿਵੇਂ ਮਨੁੱਖ ਨੂੰ ਇੱਕ ਗਾਈਡ, ਸਤਿਗੁਰੂ ਗਾਈਡ ਬਣ ਕੇ ਮਨੁੱਖ ਦੇ ਜੀਵਨ ਨੂੰ, ਮਨੁੱਖ ਦੀ ਇਸ ਜਰਨੀ ਨੂੰ, ਇਹਦੇ ਲਿਵਿੰਗ ਲਾਈਫ ਦਾ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਆ, ਉਹਨੂੰ ਕਿਵੇਂ ਸਤਿਗੁਰੂ ਜੀ ਗੁਰਮਤਿ ਦੀ ਕਸਵੱਟੀ ਤੇ ਤੋਰ ਕੇ ਇਹਨੂੰ ਸੁਖਾਲਾ ਤੇ ਨਿਰਮਲ ਬਣਾਉਂਦੇ ਨੇ। ਇਸ ਗੱਲ ਦੀ ਗਿਆਨ, ਇਸ ਗੱਲ ਦੀ ਸੂਝ ਸਤਿਗੁਰੂ ਜੀ ਨੇ ਇਸ ਪਾਵਨ ਬੰਦ ਵਿੱਚ ਸਮਝਾਈ ਹੈ। ਕਿਉਂਕਿ ਜਿਵੇਂ ਮਨੁੱਖ ਨੂੰ ਸਵਾਸ ਲੈਣੇ ਬਹੁਤ ਜ਼ਰੂਰੀ ਨੇ, ਸਵਾਸਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਜੀਵਨ ਚੱਲ ਰਿਹਾ ਹੈ, ਇਵੇਂ ਜੀਵਨ ਦੇ ਵਿੱਚ ਸਿੱਖ ਦੇ ਜੀਵਨ ਵਿੱਚ ਗੁਰੂ ਦੀ ਬੜੀ ਲੋੜ ਹੈ। ਕਿਉਂਕਿ ਬਹੁਤ ਕਨਫਿਊਜ਼ਨਸ ਨੇ ਲਾਈਫ ਦੇ ਵਿੱਚ, ਬਹੁਤ ਦੁਵਿਧਾਵਾਂ ਨੇ, ਦੁਚਿੱਤੀਆਂ ਨੇ। ਮਨੁੱਖ ਨੂੰ ਪੈਰ ਪੈਰ ਦੇ ਉੱਤੇ ਗਾਈਡ ਦੀ ਲੋੜ ਹੈ। ਤੋ ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਹ ਨਜ਼ਰ ਮਾਰੀ, ਜਦੋਂ ਸੰਸਾਰ ਦੇ ਵਿੱਚ ਜਿਹੜੇ ਸੰਸਾਰ ਦੇ ਵਿੱਚ ਧਰਮ ਦਾ ਬਾਣਾ ਪਾ ਕੇ, ਧਰਮ ਦਾ ਲਿਬਾਸ ਪਾ ਕੇ ਆਗੂ ਬਣ ਕੇ ਬੈਠੇ ਸਨ, ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ, ਸਹੀ ਸਿੱਖਿਆ ਨਹੀਂ ਸੀ ਦੇ ਰਹੇ। ਲੋਕਾਂ ਦੀ ਜ਼ਿੰਦਗੀ ਦੀ ਜੀਵਨ ਜਾਂਚ ਨੂੰ ਇੰਨਾ ਬੇਢੰਗਾ ਬਣਾ ਦਿੱਤਾ ਸੀ ਕਿ 4 ਕੈਟਾਗਰੀਆਂ ਵੰਡ ਕੇ ਰੱਖ ਦਿੱਤੀਆਂ ਸਨ: ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਸਭ ਤੋਂ ਜੇ ਕੋਈ ਤਰਸਯੋਗ ਹਾਲਤ ਸੀ ਤੇ ਸ਼ੂਦਰ ਦੀ ਸੀ। ਸਤਿਗੁਰੂ ਜੀ ਨੇ ਇਹ ਦੁਨੀਆ ਦੇ ਸਾਹਮਣੇ ਇਹ ਖਿਆਲ ਰੱਖਿਆ ਵੀ ਰੱਬ ਨੇ ਨਹੀਂ ਇਹ ਵੰਡੀਆਂ ਪਾਈਆਂ, ਰੱਬ ਵੰਡੀਆਂ ਨਹੀਂ ਪਾ ਸਕਦਾ। ਰੱਬ ਤੇ ਪ੍ਰਮਾਤਮਾ ਦਾ ਸੁਭਾਅ ਤੇ ਪਿਆਰ ਕਰਨ ਵਾਲਾ ਹੈ, ਉਹਦੇ ਘਰ ਦੇ ਵਿੱਚ ਤੇ ਸਭ ਬਰਾਬਰ ਹੈ। ਤੋ ਸਤਿਗੁਰੂ ਜੀ ਨੇ ਇਹ ਗੱਲ ਸਮਝੀ ਕਿ ਜੇ ਮਨੁੱਖ ਇਹ ਦੁਨਿਆਵੀ ਧਾਰਮਿਕ ਆਗੂਆਂ ਨੂੰ ਆਪਣੀ ਗਾਈਡਲਾਈਨ ਬਣਾਊਗਾ ਨਾ, ਤੇ ਹੋ ਸਕਦਾ ਕਿਤੇ ਨਾ ਕਿਤੇ ਗੁੰਮਰਾਹ ਹੋ ਜਾਵੇ, ਕਿਉਂਕਿ ਵਿਕਾਊ ਵੀ ਕੋਈ ਹੋ ਸਕਦਾ ਹੈ। ਕਿਸੇ ਨੇ ਧਰਮ ਦਾ ਬਾਣਾ ਪਾ ਕੇ ਕੋਈ ਵਿਕ ਜਾਵੇ ਤੇ ਉਹ ਸਾਰੀ ਦੀ ਸਾਰੀ ਕੌਮ ਨੂੰ, ਸਾਰੀ ਦੇ ਸਾਰੇ ਲੁਕਾਈ ਨੂੰ ਉਸ ਅਗਿਆਨਤਾ ਦੀ ਖੱਡ ਵਿੱਚ ਸੁੱਟ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਇਸ ਨਜ਼ਰੀਏ ਨੂੰ ਬੜਾ ਗੰਭੀਰਤਾ ਨਾਲ ਵਾਚਿਆ ਤੇ ਸਤਿਗੁਰੂ ਜੀ ਨੇ ਸ਼ਬਦ ਗੁਰੂ ਦੇ ਲੜ ਸਿੱਖ ਨੂੰ ਲਾਇਆ। ਕਿਉਂਕਿ ਸ਼ਬਦ ਨਾ ਗੁੰਮਰਾਹ ਕਰੇਗਾ, ਨਾ ਸ਼ਬਦ ਵਿਕੇਗਾ। ਜਿਵੇਂ ਪ੍ਰਮਾਤਮਾ ਆਦਿ ਸੱਚ ਹੈ, ਪ੍ਰਮਾਤਮਾ ਦਾ ਗਿਆਨ ਵੀ ਆਦਿ ਸੱਚ ਹੈ। ਇਸੇ ਕਰਕੇ ਪ੍ਰਮਾਤਮਾ ਦਾ ਗਿਆਨ ਦੱਸਣ ਦੀ ਗੱਲ ਜਿਸ ਕੋਲ ਹੈ, ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਸਿੱਖ ਦਾ ਆਗੂ, ਸਿੱਖ ਦਾ ਰਹਿਬਰ ਅਕਾਲ ਪੁਰਖ ਹੈ, ਤੇ ਆਗੂ ਤੇ ਲੀਡਰ ਜਿਹੜਾ ਸਿੱਖ ਦਾ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਹੈ। ਸਿੱਖ ਦੇ ਜੀਵਨ ਵਿੱਚ ਜੇ ਕੋਈ ਲੀਡ ਕਰਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਤੇ ਸਿੱਖ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਚੱਲਣਾ ਚਾਹੀਦਾ ਹੈ। 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਇਹੀ ਗੱਲ ਮਨੁੱਖ ਨੂੰ ਸਮਝਾ ਰਹੇ ਨੇ। ਸਤਿਗੁਰੂ ਜੀ ਇਹਦੇ ਜੀਵਨ ਦੇ ਵਿੱਚ ਰੂਹਾਨੀਅਤ ਲੈ ਕੇ ਆਉਣਾ ਚਾਹੁੰਦੇ ਨੇ, ਸੱਚ ਦੀ ਖੁਸ਼ਬੂ ਲੈ ਕੇ ਆਉਣਾ ਚਾਹੁੰਦੇ ਨੇ, ਪਰ ਉਹਦੇ ਵਾਸਤੇ ਯਤਨ ਇਹਨੂੰ ਵੀ ਕਰਨਾ ਪਏਗਾ। ਪਰ ਹੋ ਕੀ ਰਿਹਾ ਹੈ? ਗੁਰਬਾਣੀ ਨੂੰ ਮਹਿਜ਼ ਮੰਤਰਾਂ ਦਾ ਜਾਪ ਬਣਾ ਦਿੱਤਾ ਹੈ, ਮਹਿਜ਼ ਕਰਮਕਾਂਡ ਤੇ ਪਖੰਡਾਂ ਦੇ ਰੂਪ ਦੇ ਵਿੱਚ ਖੜੀ ਕਰ ਦਿੱਤੀ ਹੈ। ਜਦਕਿ ਗੁਰਬਾਣੀ ਇੱਕ ਜੀਵਨ ਜਾਂਚ ਹੈ, ਇੱਕ ਜ਼ਿੰਦਗੀ ਹੈ, ਇੱਕ ਪੂਰੀ ਦੀ ਪੂਰੀ ਜੀਵਨ ਹੈ ਜੋ ਗੁਰਬਾਣੀ ਵਿੱਚ ਲੁਕਿਆ ਹੈ। ਜੇ ਇਮਾਨਦਾਰੀ ਦੇ ਨਾਲ ਮੈਂ ਇਹ ਗੱਲ ਕਹਾਂ, ਸਿੱਖ ਫੋਲੋ ਕਰਨ ਲੱਗ ਪਵੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਸ਼ਬਦ ਨੂੰ, ਇਹ ਕਦੀ ਵੀ ਧੋਖਾ ਨਹੀਂ ਖਾਵੇਗਾ, ਇਹਨੂੰ ਕਦੀ ਵੀ ਆਤਮਿਕ ਮੌਤ ਨਹੀਂ ਆਵੇਗੀ। ਇਹ ਗੱਲ ਪਾਤਸ਼ਾਹ ਜੀ ਨੇ ਦਾਅਵਾ ਕੀਤਾ ਹੈ ਬਾਣੀ 'ਚ, ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ। ਜਿਨਨੇ ਆਪਣੇ ਜੀਵਨ ਦਾ ਆਧਾਰ, ਆਪਣੇ ਜੀਵਨ ਦਾ ਆਗੂ ਪਰਿਪੂਰਨ ਪ੍ਰਮਾਤਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾ ਲਿਆ ਹੈ, ਕਹਿੰਦੇ ਉਹਨੂੰ ਕੋਈ ਦੁਨੀਆ ਦੀ ਤਾਕਤ ਠੱਗ ਹੀ ਨਹੀਂ ਸਕਦੀ। ਕਿਉਂਕਿ ਉਹਦੀ ਸਮਝ,
ਉਹਦੀ ਬੁੱਧ ਉਜਵਲ ਹੋ ਜਾਵੇਗੀ, ਉਹਦੀ ਮੱਤ ਘੜੀ ਜਾਵੇਗੀ, ਉਹਦੇ ਅੰਦਰ ਸੱਚ ਦਾ ਪ੍ਰਗਾਸ਼ ਹੋਵੇਗਾ, ਉਹਦੇ ਅੰਦਰ ਸੱਚ ਦੇ ਗਿਆਨ ਦੀ ਜੋਤ ਜਗ ਪਵੇਗੀ, ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਵੇਗਾ। ਤੋ ਸਾਹਿਬ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਇਹੀ ਗਾਥਾ ਸਾਨੂੰ ਸਮਝਾ ਰਹੇ ਨੇ। ਸਭ ਕਹਿੰਦੇ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ। ਹੇ ਮੇਰੇ ਮਨ, ਗੁਰੂ ਜੀ ਦੇ ਬਰਾਬਰ ਜੀਵਨ ਵਿੱਚ ਹੋਰ ਕੋਈ ਨਹੀਂ ਹੋਣਾ ਚਾਹੀਦਾ। ਗੁਰ ਜੇਵੜ ਦਾ ਅਰਥ ਹੈ ਬਰਾਬਰ, ਵੱਡਾ। ਅਵਰ ਨਾ ਕੋਏ, ਕਹਿੰਦੇ ਹੋਰ ਕੋਈ ਹੈ ਹੀ ਨਹੀਂ। ਹੇ ਮੇਰੇ ਮਨ, ਸਤਿਗੁਰ ਤੋਂ ਬਿਨਾ, ਗੁਰੂ ਜੀ ਦੇ ਗਿਆਨ ਤੋਂ ਬਿਨਾ ਉੱਚਾ ਜੀਵਨ ਵਾਲਾ ਜਗਤ ਦੇ ਵਿੱਚ ਹੋਰ ਕੋਈ ਲੱਭਣਾ ਹੀ ਨਹੀਂ। ਕੇਵਲ ਗੁਰੂ ਹੀ ਹੈ ਜੋ ਉੱਚੇ ਜੀਵਨ ਵਾਲਾ ਹੈ ਤੇ ਮੇਰੇ ਜੀਵਨ ਵਿੱਚ ਮੇਰੇ ਜੀਵਨ ਨੂੰ ਉੱਚਾ ਲੈ ਕੇ ਜਾ ਸਕਦਾ ਹੈ। ਕੇਵਲ ਸਤਿਗੁਰੂ ਦਾ ਗਿਆਨ ਤੇ ਗੁਰੂ ਦੀ ਮੱਤ ਹੀ ਹੈ, ਜੇ ਮੈਂ ਉਹਨੂੰ ਫੋਲੋ ਕਰਨ ਲੱਗ ਪਵਾਂ ਮੇਰੇ ਜੀਵਨ ਦੇ ਵਿੱਚ ਗੁਰਮਤ ਦੀ ਖੁਸ਼ਬੂ ਆ ਸਕਦੀ ਹੈ। ਤੋ ਸਾਹਿਬ ਕਹਿੰਦੇ ਇਹ ਗੱਲ ਭਲੀ ਭਾਂਤ ਸਮਝ ਲਾ, ਬਿਲਕੁਲ ਇਹ ਗੱਲ ਜਾਣ ਲਾ, ਗੁਰ ਜੇਵੜ ਅਵਰ ਨਾ ਕੋਈ। ਗੁਰੂ ਦੇ ਬਰਾਬਰ ਹੋਰ ਕੋਈ ਹੋ ਹੀ ਨਹੀਂ ਸਕਦਾ, ਸਤਿਗੁਰੂ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ। ਇਸੇ ਕਰਕੇ ਸਾਹਿਬ ਜੀ ਕਹਿੰਦੇ ਸਭ ਤੇ ਵੱਡਾ ਸਤਿਗੁਰ, ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਜੇ ਕੋਈ ਹੈ ਤੇ ਉਹ ਸੱਚਾ ਗੁਰੂ, ਗੁਰੂ ਸ਼ਬਦ ਸਤਿਗੁਰੂ ਹੈ। ਨਾਨਕ ਜੀ ਆਖਦੇ ਇਸੇ ਨੇ ਹੀ ਮੈਨੂੰ ਇਸ ਕਲਹ ਭਰੇ ਸਮੇਂ ਵਿੱਚ, ਜਿਹਨੂੰ ਤੁਸੀਂ ਕਲਯੁਗ ਕਹਿੰਦੇ ਹੋ ਨਾ, ਇਹਦੇ ਵਿੱਚ ਮੇਰਾ ਸਤਿਗੁਰੂ ਹੀ ਹੈ ਜੋ ਮੈਨੂੰ ਗਾਈਡ ਕਰ ਰਿਹਾ ਹੈ, ਜੋ ਮੇਰੇ ਜੀਵਨ ਨੂੰ ਸੱਚ ਦੇ ਰਸਤੇ ਤੇ ਲੈ ਕੇ ਜਾ ਰਿਹਾ ਹੈ। ਮੇਰੇ ਗੁਰੂ ਦੇ ਬਰਾਬਰ ਨਾ ਕੋਈ ਹੋ ਸਕਦਾ ਹੈ ਤੇ ਨਾ ਕਦੀ ਹੋਵੇਗਾ। ਮੇਰਾ ਸਤਿਗੁਰੂ ਮਹਾਨ ਹੈ। ਕੈਸਾ ਹੈ ਮੇਰਾ ਸਤਿਗੁਰੂ? ਸਾਹਿਬ ਜੀ ਬਾਣੀ 'ਚ ਕਹਿੰਦੇ ਸਤਿਗੁਰੂ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੇਰਿਆ ਸਮਾਏ। ਮੇਰਾ ਸਤਿਗੁਰੂ ਸਦਾ ਹੈ, ਸਦੀਵੀ ਰਹੇਗਾ। ਪਰਮਾਤਮਾ ਆਦਿ ਸੱਚ ਹੈ, ਮੇਰਾ ਸਤਿਗੁਰੂ ਵੀ ਆਦਿ ਸੱਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ, ਇੱਕ ਇੱਕ ਉਪਦੇਸ਼ ਮਨੁੱਖ ਨੂੰ ਪਰਮਾਤਮਾ ਦੇ ਗਿਆਨ ਬਾਰੇ ਦੱਸਦਾ ਹੈ, ਮਨੁੱਖ ਦੀ ਜੀਵਨ ਜਾਂਚ ਨੂੰ ਨਿਰਮਲ ਕਰਦਾ ਹੈ, ਜਿਹਦੇ ਵਿੱਚ ਕੋਈ ਧੋਖਾ ਨਹੀਂ ਹੈ। ਸਤਿਗੁਰ ਦੀ ਬਾਣੀ ਮੇਰੇ ਵਰਗਾ ਸ਼ਾਇਦ ਪ੍ਰਚਾਰਕ ਡਰ ਕੇ ਉਹਦੇ ਅਰਥ ਗਲਤ ਕਰ ਦਵੇ, ਪਰ ਗੁਰਬਾਣੀ ਗਲਤ ਨਹੀਂ ਹੋ ਸਕਦੀ। ਗੁਰਬਾਣੀ ਸਦੀਵੀ ਸਚਾਈ ਹੈ, ਸਦੀਵੀ ਅਟਲ ਹੈ। ਤੋ ਸਾਹਿਬ ਕਹਿੰਦੇ ਮੇਰੇ ਮਨ, ਹੇ ਮੇਰੇ ਮਨ, ਇਹ ਗੱਲ ਸਮਝ ਲਾ, ਜੇ ਇਸ ਜੀਵਨ ਦੇ ਵਿੱਚ ਤੂੰ ਉੱਚਾ ਬਣਨਾ ਚਾਹੁੰਦਾ ਹੈ, ਜੇ ਨਿਰਮਲ ਹੋਣਾ ਚਾਹੁੰਦਾ ਹੈ, ਖਿਆਲ ਨਿਰਮਲ ਕਰਨੇ ਚਾਹੁੰਦਾ ਹੈ, ਤੇ ਸਤਿਗੁਰੂ ਦੀ ਮੱਤ ਲੈ। ਕਿਉਂਕਿ ਸਤਿਗੁਰੂ ਤੋਂ ਵੱਡਾ ਗੁਰ ਜੇਵੜ ਅਵਰ ਨਾ ਕੋਏ। ਸਤਿਗੁਰੂ ਤੋਂ ਵੱਡਾ ਜੀਵਨ ਦੇਣ ਵਾਲਾ, ਉੱਚੇ ਜੀਵਨ ਵਾਲਾ ਕੋਈ ਹੋ ਹੀ ਨਹੀਂ ਸਕਦਾ ਦੂਸਰਾ ਕੋਈ। ਦੂਜਾ ਥਾਉ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ ਰਹਾਉ। ਦੂਜਾ ਥਾਉ, ਸਤਿਗੁਰ ਤੋਂ ਬਿਨਾ ਹੋਰ ਕੋਈ ਆਸਰਾ, ਹੋਰ ਕੋਈ ਟਿਕਾਣਾ, ਹੋਰ ਕੋਈ ਥਾਂ, ਸਭ ਕਹਿੰਦੇ ਮੈਨੂੰ ਸੁਝਦਾ ਹੀ ਨਹੀਂ। ਮੈਨੂੰ ਆਪਣੇ ਸਤਿਗੁਰ ਤੋਂ ਬਿਨਾ ਹੋਰ ਕੁਝ ਚੰਗਾ ਲੱਗਦਾ ਹੀ ਨਹੀਂ। ਮੈਂ ਆਪਣੇ ਸਤਿਗੁਰ ਤੋਂ ਬਿਨਾ ਕਿਸੇ ਹੋਰ ਕੋਲ ਜਾਂਦਾ ਹੀ ਨਹੀਂ। ਇਹ ਗੱਲ ਕਿੰਨੀ ਦ੍ਰਿੜਤਾ ਨਾਲ ਪਾਤਸ਼ਾਹ ਸਮਝਾ ਰਿਹਾ। ਇਹ ਗੱਲ ਸਾਡੇ ਅੰਦਰ ਐਨ ਸਟੀਕ ਬਣ ਜਾਣੀ ਚਾਹੀਦੀ ਹੈ, ਪੱਥਰ ਦੀ ਲਕੀਰ ਬਣ ਜਾਣੀ ਚਾਹੀਦੀ ਹੈ ਕਿ ਮੇਰੇ ਜੀਵਨ ਵਿੱਚ ਜੇ ਕੋਈ ਜਗ੍ਹਾ ਲੈ ਸਕਦਾ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ। ਮੈਂ ਕਿਸੇ ਦੇਹਧਾਰੀ ਨੂੰ ਨਹੀਂ ਮੰਨਦਾ, ਮੈਂ ਕਿਸੇ ਮੂਰਤੀ ਨੂੰ ਨਹੀਂ ਮੰਨਦਾ, ਕਿਸੇ ਪੱਥਰ ਨੂੰ ਨਹੀਂ ਮੰਨਦਾ, ਕਿਸੇ ਫੋਟੋ ਨੂੰ ਨਹੀਂ ਮੰਨਦਾ, ਕਿਸੇ ਚੋਲੇ ਨੰਗੀਆਂ ਲੱਤਾਂ ਵਾਲੇ ਕਿਸੇ ਦੇਹਧਾਰੀ ਪਖੰਡੀ ਸਾਧ ਦੇ ਪੈਰੀ ਨਹੀਂ ਪੈਂਦਾ। ਮੇਰਾ ਗੁਰੂ ਮੁਕੰਮਲ ਹੈ, ਮੇਰਾ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਹੈ, ਉਹ ਸਦਾ ਸਦਾ ਹੈ, ਹਰ ਵਕਤ ਮੇਰੇ ਨਾਲ ਹੈ, ਹਰ ਘੜੀ ਮੇਰੇ ਨਾਲ ਹੈ, ਹਰ ਪਲ ਮੇਰੇ ਨਾਲ ਹੈ। ਸਾਹਿਬ ਕਹਿੰਦੇ ਮੈਂ ਤੇ ਇਹ ਸਟੀਕ ਭਰੋਸਾ ਕਰ ਲਿਆ ਹੈ, ਦੂਜਾ ਥਾਉ ਨਾ ਕੋ ਸੁਝੈ। ਤੇਰੇ ਬਿਨਾ ਹੋਰ ਕੋਈ ਦੂਜਾ ਆਸਰਾ ਹੀ ਨਹੀਂ ਮੈਂ ਪਾਲਦਾ। ਗੁਰੂ ਮੇਲੇ ਸੱਚ ਸੋਏ, ਪਰ ਉਹ ਪਰਿਪੂਰਨ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ, ਉਹਨੂੰ ਮਿਲਣ ਵਾਸਤੇ ਸੱਚੇ ਗੁਰੂ ਨੂੰ ਬੜੀ ਲੋੜ ਹੈ, ਸੱਚੇ ਗੁਰੂ ਦੀ ਲੋੜ ਹੈ। ਤੇ ਸੱਚਾ ਗੁਰੂ ਹੀ ਸੱਚੇ ਨਿਰੰਕਾਰ ਨਾਲ ਮਿਲਾ ਸਕਦਾ ਹੈ। ਜਿਹਨੂੰ ਆਪ ਉਸ ਘਰ ਦਾ ਪਤਾ ਹੈ ਉਹੀ ਪਰਮਾਤਮਾ ਦੇ ਘਰ ਬਾਰੇ ਦੱਸ ਸਕਦਾ ਹੈ। ਜਿਹਨੂੰ ਆਪ ਨੂੰ ਨਹੀਂ ਪਤਾ ਉਹ ਕੀ ਦੱਸੇਗਾ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਜਦੋਂ ਮਰਜ਼ੀ ਪੜ੍ਹੋ, ਜਦੋਂ ਮਰਜ਼ੀ ਵਿਚਾਰੋ, ਕਿਹਦਾ ਐਡਰੈਸ ਦੱਸਦਾ ਹੈ? ਪਰਮਾਤਮਾ ਦਾ। ਪਰਮਾਤਮਾ ਕਿੱਥੇ ਹੈ, ਕਿਵੇਂ ਦਾ ਹੈ, ਕਿੱਥੇ ਵਸਦਾ ਹੈ, ਸਾਰੇ ਦੇ ਸਾਰੇ ਮੁਕੰਮਲ ਐਡਰੈਸ, ਪੂਰਨ ਪਤਾ ਦੱਸਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਮੇਲੇ ਸੱਚ ਸੋਏ, ਸਤਿਗੁਰੂ ਗੁਰੂ ਦੇ ਨਾਲ ਮਿਲਾਪ ਜਿਹੜਾ ਹੈ, ਗੁਰੂ ਜੀ ਦੇ ਗਿਆਨ ਨਾਲ ਜੁੜ ਕੇ ਪਰਮਾਤਮਾ ਸਦਾ ਸਥਿਰ ਰਹਿਣ ਵਾਲੇ ਸੱਚੇ ਅਕਾਲ ਪੁਰਖ ਦੇ ਨਾਲ ਜੀਵਨ ਜੁੜ ਜਾਂਦਾ ਹੈ, ਤੇ ਗੁਰੂ ਹੀ ਹੈ ਜੋ ਸੱਚੇ ਨਿਰੰਕਾਰ ਦੇ ਨਾਲ ਮਿਲਾ ਸਕਦਾ ਹੈ। ਰਹਾਓ। ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਾਹਿਬ ਜੀ ਕਹਿੰਦੇ ਨੇ, ਸ਼੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨੋ ਮਿਲ ਭਾਈ ਹੋ, ਸੱਚਾ ਨਾਮ ਸਮਾਲ। ਹੇ ਭਗਤ ਜਨੋ, ਸੰਤ ਜਨੋ ਇੱਥੇ ਸੰਬੋਧਨ ਕੀਤਾ ਹੈ ਜਿਹੜੇ ਸੱਚ ਦੇ ਰਸਤੇ 'ਤੇ ਤੁਰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੱਚ ਸੁਭਾਅ ਨੂੰ ਤਿਆਰ ਕਰ ਲਿਆ ਹੈ, ਸ਼ੀਤਲਤਾ ਉਹਨਾਂ ਦੇ ਜੀਵਨ 'ਚ ਹੈ, ਤੇ ਸਦਾ ਹੀ ਇੱਕ ਸੱਚੇ ਜੀਵਨ ਨੂੰ ਅਪਣਾਉਂਦੇ ਨੇ, ਝੂਠ ਜੀਵਨ ਵਿੱਚੋਂ ਬਾਹਰ ਕੱਢ ਦਿੱਤਾ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਸੰਤ, ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਵਸ ਗਏ ਨੇ। ਜਨੋ, ਜਨੋਂ ਦਾ ਅਰਥ ਹੈ ਮਿੱਤਰੋ, ਦੋਸਤੋ, ਭਗਤੋ। ਮਿਲ ਭਾਈਓ, ਭਾਈਓ ਹੇ ਭਰਾਵੋ। ਸੱਚਾ ਨਾਮ ਸੰਭਾਲ, ਸੰਭਾਲ ਦਾ ਅਰਥ ਹੈ ਸੰਭਾਲ ਕੇ ਰੱਖਣਾ, ਹਿਰਦੇ ਵਿੱਚ ਟਿਕਾ ਕੇ ਰੱਖਣਾ। ਸਭ ਕਹਿੰਦੇ, ਹੇ ਮੇਰੇ ਸੰਤ ਜਨੋ, ਰੱਬ ਦੇ ਰਸਤੇ ਤੇ ਤੁਰਨ ਵਾਲੇ ਗੁਰਮੁਖ ਭਰਾਵੋ, ਸਤਿਗੁਰੂ ਕੀ ਸੰਗਤ ਵਿੱਚ ਮਿਲ ਕੇ ਸਦਾ ਸਥਿਰ ਰਹਿਣ ਵਾਲੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ, ਉਹਦੇ ਹੁਕਮ ਨੂੰ ਹਿਰਦੇ ਵਿੱਚ ਵਸਾ ਕੇ ਰੱਖੋ। ਸਦਾ ਵਾਸਤੇ ਆਪਣੇ ਜੀਵਨ ਦਾ ਆਸਰਾ ਕੇਵਲ ਅਕਾਲ ਪੁਰਖ ਨੂੰ ਬਣਾਓ। ਤੋਸਾ ਬੰਦਾ ਜੀ ਕਾ, ਤੋਸਾ ਬੰਧੋ ਜੀਅ ਕਾ, ਐਥੈ ਉਥੈ ਨਾਲ। ਤੋਸਾ ਦਾ ਅਰਥ ਹੁੰਦਾ ਹੈ ਪਾਕਟ ਮਨੀ, ਜੀਵਨ ਸਫਰ ਦਾ ਖਰਚ। ਇੱਕ ਖਰਚ ਹੈ ਜਿਹੜਾ ਅਸੀਂ ਦੁਨਿਆਵੀ ਧਨ ਇਕੱਠਾ ਕਰ ਰਹੇ ਹਾਂ। ਸਾਨੂੰ ਇੰਜ ਲੱਗ ਰਿਹਾ ਹੈ ਕਿ ਇਹੀ ਮੇਰੇ ਜੀਵਨ ਦਾ ਇੱਕ ਵੱਡਾ ਸਫਰ ਦਾ ਰਸਤੇ ਦਾ ਇੱਕ ਪਾਕਟ ਮਨੀ ਹੈ, ਵੀ ਮੇਰਾ ਬੈਂਕ ਬੈਲੈਂਸ ਵੱਡਾ ਹੋਣਾ ਚਾਹੀਦਾ ਹੈ। ਇਸੇ ਕਰਕੇ ਇਸੇ ਦੌੜ ਵਿੱਚ ਮਨੁੱਖ ਤੁਰਦਾ ਜਾ ਰਿਹਾ ਹੈ, ਦੌੜਦਾ ਜਾ ਰਿਹਾ ਹੈ, ਜ਼ਿੰਦਗੀ ਦੇ ਅਰਥ ਭੁੱਲ ਗਿਆ ਹੈ। ਕੋਈ ਜੀਵਨ ਵਿੱਚ ਇਹਦੇ ਖੁਸ਼ੀ ਨਹੀਂ ਹੈ, ਚਿੜਚਿੜਾਪਨ ਹੈ, ਈਰਖਾ ਨਫ਼ਰਤ ਨਾਲ ਭਰਿਆ ਪਿਆ ਹੈ, ਦੁਸ਼ਮਣੀਆਂ ਇਹਨੇ ਧਾਰਨ ਕੀਤੀਆਂ ਹੋਈਆਂ ਨੇ, ਬੇਈਮਾਨੀ ਜੀਵਨ 'ਚ ਹੈ, ਕਪਟ ਹੈ, ਹਰ ਪਲ, ਹਰ ਘੜੀ, ਹਰ ਸਮਾਂ ਬਸ ਜੀਵਨ ਵਿੱਚ ਬੇਈਮਾਨੀ ਚੱਲ ਰਹੀ ਹੈ। ਤੁਹਾਨੂੰ ਕਿਵੇਂ ਪ੍ਰਾਪਤ ਕਰਨਾ ਹੈ, ਇਹਦੀ ਹੀ ਲਾਲਸਾ ਹੈ। ਤੋ ਸਾਹਿਬ ਕਹਿੰਦੇ ਇਹ ਪਾਕਟ ਮਨੀ ਨਹੀਂ ਹੋ ਸਕਦੀ। ਇਸ ਜੀਵਨ ਦਾ ਜਿਹੜਾ ਅਸਲੀ ਪਾਕਟ ਮਨੀ ਹੈ, ਇਸ ਮਰਨ, ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਅਸਲੀ ਜੇਬ ਖਰਚ ਹੈ, ਉਹ ਕੀ ਹੈ? ਪਰਿਪੂਰਨ ਪਰਮਾਤਮਾ ਦੇ ਸ਼ੁਭ ਗੁਣ। ਇੱਕ ਉਹ ਮਨੁੱਖ ਆ ਜਿਹੜਾ ਦੁਨੀਆ ਦੇ ਵਿੱਚ ਜਨਮ ਲਿਆ, ਧਨ ਕਮਾਉਂਦਾ ਰਿਹਾ, ਪਦਾਰਥ ਕਮਾਉਂਦਾ ਰਿਹਾ, ਬੇਈਮਾਨੀਆਂ ਕਰਦਾ ਰਿਹਾ, ਉਹਨਾਂ ਨੂੰ ਉਹਨਾਂ ਵਰਗੇ ਲੋਕ ਹੀ ਯਾਦ ਕਰਨਗੇ। ਇੱਕ ਉਹ ਹੈ ਜਿਹਨੇ ਪਰਉਪਕਾਰ ਕੀਤਾ, ਧਨ ਕਮਾਇਆ, ਪਰਉਪਕਾਰ ਕੀਤਾ, ਸੱਚ ਦੇ ਰਾਹ ਤੇ ਚੱਲਿਆ, ਝੂਠ ਦਾ ਸਾਥ ਨਹੀਂ ਦਿੱਤਾ। ਬੇਸ਼ੱਕ ਉਹ ਜ਼ਿੰਦਗੀ ਭਾਵੇਂ ਕੁਝ ਸਮੇਂ ਦੀ ਜੀਵੇ, ਪਰ ਸਦਾ ਵਾਸਤੇ ਅਮਰ ਹੋ ਜਾਵੇਗਾ। ਇੱਕ ਉਹ ਮਨੁੱਖ ਹੈ ਜੋ ਜ਼ਿੰਦਗੀ 100 ਸਾਲ ਦੀ ਜੀਵੇ, ਪਰ ਪਰਉਪਕਾਰ ਕਰੇ ਨਾ, ਕਿਸੇ ਗਰੀਬ ਦੀ ਮਦਦ ਨਹੀਂ ਕੀਤੀ, ਕਦੀ ਕਿਸੇ ਦੀ ਹੈਲਪ ਨਹੀਂ ਕੀਤੀ, ਕਦੀ ਹਿਰਦੇ ਵਿੱਚ ਸੱਚ ਨਹੀਂ ਵਸਾਇਆ, ਹਮੇਸ਼ਾ ਬੇਈਮਾਨੀ, ਝੂਠ ਤੇ ਕਪਟੀ ਜੀਵਨ ਜੀਵਿਆ ਹੈ। ਐਸੇ ਮਨੁੱਖ ਨੂੰ ਲੋਕੀ ਧੋਖੇਬਾਜ਼, ਗਦਾਰੀ ਕਹਿਣਗੇ। ਉਹ ਸ਼ੁਭ ਗੁਣ ਨੇ, ਉਹ ਪਰਮਾਤਮਾ ਦੇ ਹੁਕਮ ਤੇ ਚੱਲਣਾ ਹੈ, ਆਪਣੇ ਜੀਵਨ ਵਿੱਚ ਸੱਚ ਨੂੰ ਸਮਾਉਣਾ ਹੈ, ਆਪਣੇ ਪਿਆਰ ਜੀਵਨ ਵਿੱਚ ਦਇਆ, ਨਿਮਰਤਾ, ਹਲੀਮੀ, ਪਿਆਰ ਲੈ ਕੇ ਆਉਣਾ ਹੈ, ਸਾਰੀ ਮਾਨਵਤਾ ਨਾਲ ਬਿਨਾਂ ਕਿਸੇ ਨਸਲੀ ਵਿਤਕਰੇ ਤੋਂ ਉੱਪਰ ਉੱਠ ਕੇ ਪਿਆਰ ਮੁਹੱਬਤ ਕਰਨੀ ਹੈ। ਇਹੀ ਇਸ ਜੀਵਨ ਦਾ ਜੇਬ ਖਰਚ ਹੈ, ਇੱਥੇ ਉੱਥੇ ਨਾਲ। ਇਹ ਇਸ ਤਰ੍ਹਾਂ ਦਾ ਜੀਵਨ ਖਰਚ ਹੈ ਜੋ ਇੱਥੇ। ਤੋ ਸਾਹਿਬ ਜੀ ਅਗਲੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ, ਬੜਾ ਪਿਆਰਾ ਸ਼ਬਦ ਹੈ, ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ। ਕਹਿੰਦੇ ਜੋ ਜੀਵਨ ਦਾ ਜੇਬ ਖਰਚ ਹੈ ਨਾ, ਜੋ ਸੱਚ ਦੇ ਸ਼ੁਭ ਗੁਣਾ ਰੂਪੀ ਜੋ ਪਾਕਟ ਮਨੀ ਹੈ, ਉਹ ਕਿੱਥੋਂ ਮਿਲਣਾ ਹੈ? ਗੁਰਪੂਰੇ ਤੇ ਪਾਈਏ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਤੋਂ। ਕਿਉਂਕਿ ਮੁਕੰਮਲ ਗੁਰੂ, ਪੂਰਨ ਗੁਰੂ
ਕੇਵਲ ਤਾਂ ਕੇਵਲ ਸ਼ਬਦ ਹੈ। ਮਨੁੱਖ ਦੇ ਜੀਵਨ ਵਿੱਚ ਕਮੀਆਂ ਹੋ ਸਕਦੀਆਂ ਨੇ, ਪਰ ਗੁਰੂ ਦੇ ਜੀਵਨ ਵਿੱਚ ਕੋਈ ਕਮੀ ਨਹੀਂ, ਕੋਈ ਕਮੀ ਨਹੀਂ। ਗੁਰੂ ਪੂਰਾ ਹੈ ਤੇ ਪੂਰੇ ਗੁਰੂ ਦੇ ਰਾਹੀਂ ਹੀ ਸ਼ੁਭ ਗੁਣਾਂ ਦੇ ਨਾਲ ਜੀਵਨ ਦਾ ਵਾਸਤਾ ਪੈਂਦਾ ਹੈ। ਰੋਜ਼ ਜਦੋਂ ਆਪਾਂ ਗੁਰੂ ਸ਼ਬਦ ਨੂੰ ਫੋਲੋ ਕਰਦੇ ਹਾਂ, ਗੁਰੂ ਦੀ ਮੱਤ ਨੂੰ ਫੋਲੋ ਕਰਦੇ ਹਾਂ, ਗੁਰੂ ਦੇ ਹੁਕਮ ਤੇ ਤੁਰਦੇ ਹਾਂ, ਤੇ ਕੀ ਮਿਲਦਾ ਹੈ? ਸੱਚ ਮਿਲਦਾ ਹੈ। ਜੀਵਨ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦਾ ਹੈ। ਆਪਣੀ ਨਦਰ ਨਿਹਾਲ, ਜਦੋਂ ਅਸੀਂ ਸਤਿਗੁਰ ਦੇ ਹੁਕਮ ਦੇ ਵਿੱਚ ਤੁਰਦੇ ਹਾਂ, ਪੂਰਾ ਗੁਰੂ ਮਿਲਦਾ ਹੈ ਤੇ ਗੁਰੂ ਦੇ ਰਾਹੀਂ ਜ਼ਿੰਦਗੀ ਜੀਵਨ ਜਿਉਣ ਦਾ ਅਸਲੀ ਸ਼ੁਭ ਗੁਣਾ ਰੂਪੀ ਪਾਕਟ ਮਨੀ ਸਾਨੂੰ ਮਿਲ ਜਾਂਦੀ ਹੈ। ਬਹੁਤ ਦੁਨੀਆ ਦੇ ਵਿੱਚ ਜੇ ਤੁਸੀਂ ਵਿਚਰਨਾ ਹੈ ਨਾ, ਚੇਤਾ ਰੱਖਿਓ, ਜਿਹੜਾ ਮਨੁੱਖ ਪਿਆਰਾ ਹੋਵੇਗਾ, ਭਲਾ ਬੋਲੇਗਾ, ਚੰਗੇ ਸੁਭਾਅ ਵਾਲਾ ਹੋਵੇਗਾ, ਨਿਮਰਤਾ ਦਾ ਧਾਰਨੀ ਹੋਵੇਗਾ, ਹਰ ਵਕਤ ਦੂਸਰੇ ਦੀ ਮਦਦਗਾਰ ਬਣੇਗਾ, ਉਹਨੂੰ ਦੁਨੀਆ ਯਾਦ ਕਰੇਗੀ, ਪਿਆਰ ਕਰੇਗੀ, ਹਮੇਸ਼ਾ ਹੀ ਉਹਦੇ ਨਾਲ ਖਲੋਵੇਗੀ। ਇੱਕ ਉਹ ਲੋਕ ਨੇ ਜੋ ਬਸ ਆਪਣੇ ਲਾਲਚ ਦੇ ਪਿੱਛੇ ਤੁਰੇ ਨੇ, ਆਪਣੀਆਂ ਬੇਈਮਾਨੀਆਂ ਦੇ ਪਿੱਛੇ ਤੁਰੇ ਨੇ, ਉਹ ਨਾ ਆਪ ਸੁਖੀ ਰਹਿਣਗੇ ਨਾ ਕਿਸੇ ਨੂੰ ਸੁਖੀ ਰਹਿਣ ਦੇਣਗੇ। ਤੋ ਸਭ ਕਹਿੰਦੇ ਗੁਰ ਪੂਰੇ ਤੇ ਪਾਈਏ। ਪੂਰੇ ਗੁਰੂ ਦੇ ਹੁਕਮ ਦੇ ਵਿੱਚ ਤੁਰਿਆਂ, ਗੁਰੂ ਜੀ ਦੇ ਸ਼ਬਦ ਨੂੰ ਫਾਲੋ ਕੀਤਿਆਂ, ਪਰਮਾਤਮਾ ਵਾਹਿਗੁਰੂ ਦੀ ਨਜ਼ਰ ਦਾ ਪਾਤਰ ਬਣਿਆ ਜਾ ਸਕਦਾ ਹੈ, ਜੀਵਨ ਦਾ ਜੇਬ ਖਰਚ ਮਿਲ ਸਕਦਾ ਹੈ, ਤੇ ਪਰਮਾਤਮਾ ਆਪਣੀ ਨਜ਼ਰ ਦੇ ਨਾਲ ਨਿਹਾਲ ਕਰ ਦਿੰਦਾ ਹੈ ਐਸੇ ਭਗਤ ਨੂੰ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ। ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਿਆਲ। ਪਰਿਪੂਰਨ ਪਰਮਾਤਮਾ ਦੀ ਮਿਹਰ ਦਾ ਪਾਤਰ ਜਦੋਂ ਬਣਦਾ ਹੈ, ਦੇਖੋ ਅਸੀਂ ਵੀ ਸਕੂਲਾਂ 'ਚ ਪੜ੍ਹਦੇ ਸਾਂ, ਇੱਕ ਉਹ ਵਿਦਿਆਰਥੀ ਸਨ ਜਿਹੜੇ ਸ਼ਰਾਰਤਾਂ ਕਰਦੇ, ਜਿਹੜੇ ਰੋਜ਼ ਗਲਤੀਆਂ ਕਰਦੇ ਨੇ, ਉਹ ਟੀਚਰ ਦੇ ਪਿਆਰੇ ਨਹੀਂ ਹੁੰਦੇ, ਟੀਚਰ ਦੀਆਂ ਪਿਆਰ ਦੇ ਪਾਤਰ ਨਹੀਂ ਬਣ ਪਾਉਂਦੇ। ਇੱਕ ਉਹ ਨੇ ਜੋ ਮਿਹਨਤੀ ਹੁੰਦੇ ਨੇ, ਬਹੁਤ ਇਮਾਨਦਾਰੀ ਨਾਲ ਪੜ੍ਹਦੇ ਨੇ, ਚੀਟਿੰਗ ਨਹੀਂ ਕਰਦੇ, ਉਹ ਬਹੁਤ ਟੀਚਰਾਂ ਦੇ, ਅਧਿਆਪਕਾਂ ਦੇ ਪ੍ਰੀਤਮ ਪਿਆਰੇ ਬਣ ਜਾਂਦੇ ਨੇ। ਇਵੇਂ ਜੀਵਨ ਹੈ। ਜੋ ਸੱਚ ਦੇ ਰਾਹ ਤੇ ਚੱਲਣ ਲੱਗ ਪੈਂਦਾ ਹੈ ਨਾ, ਜੋ ਗੁਰੂ ਜੀ ਦੀ ਮੱਤ ਨੂੰ ਲੈ ਕੇ ਨਿਰੰਕਾਰ ਦੇ ਪ੍ਰੀਤਮ ਕੇ ਦੇਸ਼ ਵੱਲ ਨੂੰ ਤੁਰਨ ਲੱਗ ਪੈਂਦਾ ਹੈ, ਫਿਰ ਉਹ ਆਪਣੇ ਜੀਵਨ ਨੂੰ ਸੱਚ ਦੇ ਰਾਹ ਤੇ ਤੁਰਦਿਆਂ ਹੋਇਆਂ, ਇਮਤਿਹਾਨਾਂ 'ਚੋਂ ਪਾਸ ਹੁੰਦਿਆਂ ਹੋਇਆਂ ਪਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ। ਤੇ ਜਦੋਂ ਪਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ, ਫਿਰ ਸਮਝ ਲਓ ਕਿ ਉਹਨੇ ਤਰਸ ਖਾ ਲਿਆ ਹੈ, ਪਰਮਾਤਮਾ ਨੇ ਰਹਿਮਤ ਕਰ ਦਿੱਤੀ ਹੈ, ਪ੍ਰਵਾਨ ਕਰ ਲਿਆ ਮੇਰੇ ਜੀਵਨ ਨੂੰ। ਸਭ ਕਹਿੰਦੇ ਕਰਮ ਪ੍ਰਾਪਤ ਤਿਸ ਹੋਵੇ। ਪ੍ਰਭੂ ਦੀ ਮਿਹਰ ਨਾਲ ਹੀ ਇਹ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਕੀ ਪ੍ਰਾਪਤ ਹੁੰਦਾ ਹੈ? ਸੱਚ ਪ੍ਰਾਪਤ ਹੁੰਦਾ ਹੈ, ਸੱਚ ਦੇ ਰਸਤੇ ਤੇ ਤੁਰਨਾ ਪ੍ਰਾਪਤ ਹੁੰਦਾ ਹੈ। ਝੂਠ ਦੀ ਦੁਨੀਆ ਵਿੱਚ ਆਪਣੀ ਆਈਡੀ ਅਲੱਗਾ ਬਣਾਉਣੀ, ਝੂਠ ਦੇ ਪਿੱਛੇ ਤੇ ਸਾਰੀ ਦੁਨੀਆ ਲੱਗੀ ਫਿਰਦੀ ਹੈ। ਸੱਚ ਬੋਲਣ ਲੱਗਿਆਂ ਨਿਡਰ ਬਣਨਾ ਪੈਂਦਾ ਹੈ। ਝੂਠ ਬਹੁਤ ਡਰਾਉਂਦਾ ਹੈ। ਤੁਸੀਂ ਕਦੀ ਖਿਆਲ ਕਰਨਾ, ਤੁਹਾਨੂੰ ਪਤਾ ਲੱਗ ਜੇ ਕਿਸੇ ਮਨੁੱਖ ਦੇ ਵਿੱਚ ਇੰਨੇ ਅਵਗੁਣ ਨੇ, ਹੁਣ ਤੁਸੀਂ ਚਾਹੁੰਦੇ ਆ ਕਿ ਵੀ ਉਹਨੂੰ ਉਹਦੇ ਅਵਗੁਣਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਤੁਹਾਡੇ ਨਾਲ ਬਹੁਤ ਘੱਟ ਖਲੋਣਗੇ, ਬਹੁਤ ਘੱਟ ਖਲੋਣਗੇ, ਕਿਉਂਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਇਹ ਜੇ ਦੂਜਿਆਂ ਦੇ ਅਵਗੁਣ ਕੱਢੇ ਗਏ ਤੇ ਸਾਡੇ ਅੰਦਰ ਵੀ ਤੇ ਇੰਨੇ ਸਾਰੇ ਨੇ ਨਾ। ਇਸੇ ਕਰਕੇ ਅੱਜ ਸੱਚ ਦਾ ਨਿਆਂ ਨਹੀਂ ਹੈ। ਝੂਠ ਵਪਾਰੀ ਬਣ ਕੇ, ਝੂਠ ਬਾਦਸ਼ਾਹ ਬਣ ਕੇ ਤਖਤ ਤੇ ਬੈਠਾ ਹੈ, ਕਿਉਂਕਿ ਸੱਚ ਨੂੰ ਡਰਾ ਰਿਹਾ ਹੈ ਤੇ ਸੱਚ ਡਰ ਰਿਹਾ ਹੈ। ਕਿਉਂ ਡਰ ਰਿਹਾ ਹੈ? ਕਿਉਂਕਿ ਸੱਚ ਬੋਲਣ ਦੀ ਹਿੰਮਤ ਹੀ ਨਹੀਂ ਪੈਦਾ ਹੋ ਰਹੀ। ਸਮਝ ਆ ਰਹੀ ਹੈ ਸਭ ਕੁਝ ਗਲਤ ਹੋ ਰਿਹਾ ਹੈ, ਪਰ ਜਿਹੜੇ ਇਹ ਸਾਰੇ ਡਰਾਂ, ਸਾਰੇ ਫੀਅਰਸ ਨੂੰ ਤੋੜ ਕੇ ਜੋ ਸੱਚ ਬੋਲਣ ਲੱਗ ਪੈਂਦੇ ਨੇ, ਉਹ ਜੇਤੂ ਬਣ ਜਾਂਦੇ ਨੇ, ਉਹ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਨੇ। ਉਹਨਾਂ ਦੇ ਜੀਵਨ ਵਿੱਚ ਸੱਚ ਸਮਾ ਜਾਂਦਾ ਹੈ। ਤੇ ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਿਆਲ। ਸਭ ਕਹਿੰਦੇ ਉਹਦੇ ਉੱਪਰ ਸਮਝੋ ਪ੍ਰਭੂ ਦੀ ਮਿਹਰ ਬਣ ਗਈ ਹੈ, ਜੋ ਸੱਚ ਨਾਲ ਖਲੋਣ ਲੱਗ ਪਿਆ ਹੈ, ਜੋ ਸੱਚ ਬੋਲਣ ਲੱਗ ਪਿਆ ਹੈ, ਜਿਹਨੇ ਆਪਣੇ ਕਰਮ, ਆਪਣੇ ਕੰਮ ਜੀਵਨ ਦੇ ਚੰਗੇ ਕਰ ਲਏ ਨੇ, ਝੂਠ ਦਾ ਸਾਥ ਛੱਡ ਦਿੱਤਾ ਹੈ। ਤੋ ਸਭ ਕਹਿੰਦੇ ਇਹ ਤੋਂ ਵੱਡੀ ਪ੍ਰਭੂ ਦੀ ਦਿਆਲਤਾ ਕੀ ਹੋਵੇਗੀ, ਕਿਰਪਾਲਤਾ ਕੀ ਹੋਵੇਗੀ ਕਿ ਜੀਵਨ ਵਿੱਚ ਮਨੁੱਖ ਸੱਚ ਦੇ ਰਸਤੇ ਤੇ ਤੁਰਨ ਲੱਗ ਪਵੇ। ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ। ਹੇ ਮੇਰੇ ਮਨ, ਗੁਰੂ ਜੀ ਦੇ ਬਰਾਬਰ ਕੋਈ ਉੱਚਾ, ਕੋਈ ਸੁੱਚਾ ਹੋ ਹੀ ਨਹੀਂ ਸਕਦਾ। ਸਤਿਗੁਰੂ ਹੀ ਹਨ ਜੋ ਇਸ ਜਗਤ ਦੇ ਵਿੱਚ ਤੇਰੇ ਜੀਵਨ ਜਾਚ ਨੂੰ
ਉੱਚਾ ਕਰ ਸਕਦੇ ਨੇ, ਨਿਰਮਲ ਕਰ ਸਕਦੇ ਨੇ, ਜੇ ਤੂੰ ਇੱਕ ਇੱਕ ਅੱਖਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਫਾਲੋ ਕਰੇ, ਗੁਰੂ ਦੀ ਮੱਤ ਤੇ ਤੁਰਨ ਲੱਗ ਪਵੇਂ। ਦੂਜਾ ਥਾਉ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ। ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਇਹ ਗੱਲ ਸਮਝ ਪੈ ਗਈ ਹੈ ਕਿ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਆਸਰਾ, ਕੋਈ ਸਹਾਰਾ ਹੀ ਨਹੀਂ। ਕੇਵਲ ਗੁਰੂ ਹੀ ਹੈ ਜੋ ਸੱਚੇ ਪ੍ਰਮਾਤਮਾ ਨਾਲ ਮਿਲਾ ਸਕਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਸਕਦਾ ਹੈ। ਰਹਾਉ ਸਗਲ ਪਦਾਰਥ ਤਿਸ ਮਿਲੇ, ਜਿਨ ਗੁਰ ਡਿਠਾ ਜਾਏ। ਡਿਠਾ ਦਾ ਅਰਥ ਹੈ ਵੇਖਿਆ, ਜਾਏ ਦਾ ਅਰਥ ਹੈ ਜਾਵੇ। ਸਭ ਕਹਿੰਦੇ ਦੁਨੀਆ ਦੇ ਤਮਾਮ ਪਦਾਰਥ ਉਸ ਗੁਰੂ ਦੇ ਸਿੱਖ ਨੂੰ ਮਿਲ ਜਾਂਦੇ ਹਨ ਜੋ ਗੁਰੂ ਜੀ ਦੇ ਹੁਕਮ ਤੇ ਚੱਲ ਕੇ, ਗੁਰੂ ਦੀ ਮੱਤ ਨੂੰ ਅਪਣਾ ਕੇ ਆਪਣੇ ਜੀਵਨ ਵਿੱਚ ਸੱਚ ਵਸਾਉਂਦਾ ਹੈ ਤੇ ਗੁਰੂ ਜੀ ਦੇ ਹੁਕਮ ਨੂੰ ਫੋਲੋ ਕਰਦਾ ਹੈ। ਜਿਨ ਗੁਰੂ ਡਿਠਾ ਜਾਏ, ਜੋ ਗੁਰੂ ਜੀ ਦੇ ਦਰਸ਼ਨ ਕਰਦਾ। ਦਰਸ਼ਨ ਕਰਨ ਦਾ ਅਰਥ ਕੀ ਹੈ? ਆ ਸਾਡੇ ਵਾਂਗੂ ਨਹੀਂ ਜਾ ਕੇ ਮੱਥਾ ਟੇਕਿਆ ਤੇ ਬਾਹਰ ਦੌੜ ਆਏ ਗੁਰਦੁਆਰੇ ਤੋਂ, ਨਾ। ਗੁਰੂ ਜੀ ਦੇ ਕੋਲ ਬਹਿ ਕੇ ਗੁਰੂ ਦੀ ਮੱਤ ਨੂੰ ਸਰਵਣ ਕੀਤਾ ਹੈ, ਗੁਰੂ ਦੀ ਮੱਤ ਤੇ ਚੱਲਣ ਦਾ ਪ੍ਰਣ ਕੀਤਾ ਹੈ। ਇਹਨੂੰ ਕਹਿੰਦੇ ਗੁਰੂ ਦੇ ਦਰਸ਼ਨ ਕਰਨੇ, ਗੁਰੂ ਦੇ ਹੁਕਮ ਤੇ ਚੱਲਣਾ। ਜਿਨ੍ਹਾਂ ਨੇ ਗੁਰੂ ਦੇ ਹੁਕਮ ਤੇ ਚੱਲਣ ਦਾ ਪ੍ਰਣ ਕਰ ਲਿਆ ਹੈ, ਸਭ ਕਹਿੰਦੇ ਉਹਨਾਂ ਦੀ ਝੋਲੀ ਵਿੱਚ ਦੁਨੀਆ ਦੇ ਤਮਾਮ ਖੁਸ਼ੀਆਂ, ਸਾਰੇ ਪਦਾਰਥ ਪੈ ਜਾਂਦੇ ਹਨ। ਗੁਰ ਚਰਣੀ ਜਿਨ ਮਨ ਲੱਗਾ, ਸੇ ਵਡ ਭਾਗੀ ਮਾਏ। ਹੇ ਮੇਰੀ ਮੱਤ ਰੂਪੀ ਮਾਂ, ਇਹ ਬਹੁਤ ਵੱਡਿਆਂ ਭਾਗਾਂ ਵਾਲੀ ਬਾਤ ਹੈ ਕਿ ਜਿਉਂਦਿਆਂ ਜਾਗਦਿਆਂ ਇਹ ਮਨ ਗੁਰੂ ਦੇ ਚਰਨਾਂ ਵਿੱਚ ਲੱਗ ਜਾਵੇ। ਗੁਰੂ ਚਰਣੀ ਜਿਨ ਮਨ ਲੱਗਾ, ਸੇ ਵਡ ਭਾਗੀ ਮਾਏ। ਹੇ ਮੇਰੀ ਮੱਤ ਰੂਪੀ ਮਾਂ, ਇਹ ਤੋਂ ਵੱਡੇ ਭਾਗ ਹੋ ਹੀ ਨਹੀਂ ਸਕਦੇ ਕਿ ਇਹ ਜੀਵਨ, ਇਹ ਮੱਤ ਗੁਰੂ ਦੀ ਮੱਤ ਤੇ ਤੁਰ ਪਵੇ, ਗੁਰੂ ਦੇ ਹੁਕਮ ਦੇ ਵਿੱਚ ਇਹ ਮਨ ਲੱਗ ਜਾਵੇ, ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਵਿੱਚ ਇਹ ਚਿੱਤ ਜੁੜ ਜਾਵੇ। ਇਹ ਸਮਝ ਲਈ ਸਭ ਤੋਂ ਵੱਡੇ ਭਾਗ ਨੇ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮੇਰਿਆ ਸਮਾਏ। ਗੁਰੂ ਦਾਤਾ, ਗੁਰੂ ਹੀ ਸਭ ਤੋਂ ਵੱਡਾ ਦਾਤਾ ਦੇਣ ਵਾਲਾ ਦਾਤਾਰ ਹੈ, ਪਰਿਪੂਰਨ ਪ੍ਰਮਾਤਮਾ ਦਾ ਰੂਪ ਹੈ। ਸਮਰੱਥ ਗੁਰ, ਸਭ ਕੁਝ ਕਰਨ ਦੇ ਸਮਰੱਥ ਹੈ ਸੱਚਾ ਗੁਰੂ। ਗੁਰੂ ਸਭ ਮੇਰਿਆ ਸਮਾਏ, ਤੇ ਸੱਚਾ ਗੁਰੂ ਦੀ ਤਾਕਤ ਸਾਰਿਆਂ ਜੀਵਾਂ ਦੇ ਵਿੱਚ ਵਿਆਪਕ ਹੈ, ਹਰ ਇੱਕ ਵਿੱਚੋਂ ਵਸਿਆ, ਰੋਮ ਰੋਮ ਅੰਗ ਅੰਗ ਵਿੱਚ ਟਿਕਿਆ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰੂ ਡੁੱਬਦਾ ਲੈ ਤਰਾਏ। ਗੁਰੂ ਪਰਮੇਸ਼ਵਰ ਦਾ ਰੂਪ ਹੈ, ਗੁਰੂ ਪਾਰ ਬ੍ਰਹਮ ਦਾ ਰੂਪ ਹੈ, ਪ੍ਰਮਾਤਮਾ ਦਾ ਰੂਪ ਹੈ। ਗੁਰੂ ਦਾ ਗਿਆਨ ਹੀ ਇੱਕ ਐਸੀ ਦਾਤ ਹੈ ਜੋ ਡੁੱਬਦਿਆਂ ਹੋਏ, ਜੋ ਇਸ ਮੋਹ ਦੇ ਚਿੱਕੜ ਦੇ ਵਿੱਚ ਡੁੱਬਦੇ ਪਏ ਨੇ ਨਾ, ਉਹਨਾਂ ਨੂੰ ਬਾਹਰ ਕੱਢ ਸਕਦਾ ਹੈ। ਗੁਰੂ ਦੀ ਮੱਤ ਹੀ ਹੈ ਜੋ ਡੁੱਬਦਿਆਂ ਹੋਇਆਂ ਨੂੰ ਬਾਹਰ ਕੱਢ ਸਕਦੀ ਹੈ। ਇਹ ਗੱਲ ਪੱਕੇ ਤਰੀਕੇ ਨਾਲ ਗੰਢ ਬੰਨ੍ਹ ਲਓ। ਗੁਰੂ ਦੀ ਮੱਤ, ਗੁਰੂ ਦਾ ਗਿਆਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੀ ਹੈ ਜੋ ਸਾਨੂੰ ਇਸ ਵਿਕਾਰਾਂ ਦੀ ਦਲਦਲ ਵਿੱਚੋਂ ਬਾਹਰ ਕੱਢ ਸਕਦਾ ਹੈ। ਕਿਤ ਮੁਖ ਗੁਰ ਸਾ ਲਾਹੀ ਹੈ, ਕਰਨ ਕਾਰਨ ਸਮਰੱਥ। ਕਿਤ ਮੁਖ ਦਾ ਅਰਥ ਹੈ ਕਿਸ ਮੂੰਹ ਨਾਲ ਗੁਰੂ ਸਲਾਹੀਏ, ਮੈਂ ਗੁਰੂ ਦੀ ਸਿਫਤ ਸਲਾਹ ਕਰਾਂ। ਕਰਨ ਕਾਰਨ ਸਮਰੱਥ, ਜੋ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ। ਕਿਹੜੇ ਮੂੰਹ ਨਾਲ ਗੁਰੂ ਜੀ ਦੀ ਵਡਿਆਈ ਕੀਤੀ ਜਾਵੇ, ਗੁਰੂ ਜੀ ਦੀ ਸਿਫਤ ਸਲਾਹ ਕੀਤੀ ਜਾਵੇ, ਕਿਉਂਕਿ ਪਰਮਾਤਮਾ ਜੀ ਦੇ ਨਾਲ ਸਾਂਝ ਪਾਉਣ ਵਾਲਾ ਗੁਰੂ ਹੀ ਸਾਰੇ ਹੁਕਮ ਦੀ, ਪਰਮਾਤਮਾ ਦੀ ਗੱਲ ਸਮਝਾਉਣ ਵਾਲਾ ਹੈ। ਉਹ ਸੱਚਾ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ ਗੁਰੂ ਦਾ ਇੱਕ ਇੱਕ ਅੱਖਰ ਹੈ ਜੋ ਮੈਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ ਤੇ ਇਹ ਸਮਝਾਉਂਦਾ ਹੈ ਕਿ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਹੈ। ਤੂੰ ਚਿੰਤਾ ਨਾ ਕਰ, ਤੂੰ ਮਨ ਵਿੱਚ ਸੰਸਾ ਨਾ ਰੱਖ, ਭਰੋਸਾ ਰੱਖ ਉਸ ਇੱਕ ਅਕਾਲ ਪੁਰਖ ਤੇ। ਪਰਮਾਤਮਾ ਤੇਰੀਆਂ ਸਾਰੀਆਂ ਝੋਲੀਆਂ ਭਰ ਦੇਵੇਗਾ। ਸੇ ਮੱਥੇ ਨਿਹ ਚਲ ਰਹੇ, ਜਿਨ ਗੁਰ ਧਾਰਿਆ ਹੱਥ। ਬੜੇ ਪਿਆਰੇ ਬਚਨ ਨੇ। ਸਤਿਗੁਰੂ ਦਾ ਇੱਕ ਇੱਕ ਸ਼ਬਦ ਬੜਾ ਡੂੰਘਾ ਹੈ।
ਸੇ ਮੱਥੇ, ਕਹਿੰਦੇ ਉਹ ਮੱਥੇ ਨਿਚਲ ਰਹੇ ਸਦਾ ਟਿਕੇ ਰਹਿੰਦੇ ਹਨ। ਹੁਣ ਮੱਥੇ ਕਿਹੜੇ? ਮੱਥੇ ਵਿੱਚ ਜਿਹੜੀ ਮੱਤ ਆ ਨਾ, ਮਨੁੱਖ ਦੀ ਬਾਰ-ਬਾਰ ਤਬਦੀਲ ਹੁੰਦੀ ਹੈ। ਸਾਡੇ ਸੁਭਾਅ ਦੇ ਮੁਤਾਬਕ ਅਸੀਂ ਜੀਵਨ ਦੇ ਵਿੱਚ ਕਰਮ ਕਰਦੇ ਹਾਂ। ਜੇ ਸਾਡਾ ਗੁਰੂ ਦੇ ਉੱਤੇ ਕਿਤੇ ਅਸੀਂ ਕੋਈ ਕਾਮਨਾ ਕੀਤੀ ਹੈ ਨਾ, ਫਿਰ ਤੇ ਅਸੀਂ ਭਾਵੇਂ ਕੱਚੀ ਲੱਸੀ ਦੇ ਨਾਲ ਥੜੇ ਧੋਈ ਜਾਈਏ, ਐਨ ਡੰਡੌਤਾਂ ਕਰੀ ਜਾਈਏ, ਮੱਥੇ ਟੇਕੀ ਜਾਈਏ, ਫਿਰ ਅਸੀਂ ਬੜੇ ਖੁਸ਼ ਹਾਂ। ਪਰ ਜੇ ਕਿਤੇ ਸਾਡੀ ਸੁਖਣਾ ਪੂਰੀ ਨਹੀਂ ਹੋਈ, ਫਿਰ ਅਸੀਂ ਗੁਰੂ ਤੋਂ ਦੂਰ ਚਲ ਜਾਂਦੇ ਹਾਂ ਨਾ, ਕਿਉਂਕਿ ਸਾਡੀ ਮੱਤ ਟਿਕੀ ਨਹੀਂ ਰਹਿੰਦੀ। ਇੱਕ ਬੰਨੇ ਸਾਡੀ ਮੱਤ ਗੁਰੂ ਤੇ ਭਰੋਸਾ ਕਰਦੀ ਹੈ, ਫਿਰ ਦੂਜੇ ਬੰਨੇ ਸਾਡੀ ਮੱਤ ਜਿਹੜੀ ਹੈ ਨਾ ਉਹ ਭਟਕ ਜਾਂਦੀ ਹੈ। ਫਿਰ ਉਹਨੂੰ ਇੰਝ ਲੱਗਦਾ ਹੈ ਵੀ ਸ਼ਾਇਦ ਕੋਈ ਟੂਣਾ ਤੰਤਰ ਮੰਤਰ ਕੀਤੇ ਆ, ਕੋਈ ਜੋਤਸ਼ੀ ਕੋ ਜਾਇਆ, ਸ਼ਾਇਦ ਕਿਸੇ ਪੰਡਤ ਦੇ ਪੈਰ ਫੜਿਆ, ਕਿਸੇ ਦੇਹਧਾਰੀ ਗੁਰੂ ਦੇ ਕੋਲ ਜਾਇਆ, ਸ਼ਾਇਦ ਇਹ ਸੁੱਖ ਪੂਰੀ ਹੋ ਜਾਵੇ। ਸਭ ਕਹਿੰਦੇ ਉਹ ਮਨੁੱਖ ਕਦੀ ਵੀ ਜੀਵਨ ਵਿੱਚ ਸੱਚ ਦੇ ਨਾਲ ਨਹੀਂ ਜੁੜ ਸਕਦੇ। ਕਈ ਐਸੇ ਨੇ ਜਿਹੜੇ ਕਹਿੰਦੇ ਅਸੀਂ ਗੁਰੂ ਨਾਨਕ ਦੇ ਵੀ, ਗੁਰੂ ਗ੍ਰੰਥ ਸਾਹਿਬ ਦੇ ਵੀ ਸਿੱਖ ਹਾਂ, ਅਸੀਂ ਰਾਮ ਰਾਏ ਦੇ ਵੀ ਸਿੱਖ ਹਾਂ, ਧੀਰਮਲੀਆਂ ਦੇ ਵੀ ਸਿੱਖ ਹਾਂ, ਅਸੀਂ ਪਖੰਡੀਆਂ ਦੇ ਕੋਲ ਵੀ ਜਾਂਦੇ ਹਾਂ, ਪਰ ਹੈ ਅਸੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਆ। ਸਭ ਕਹਿੰਦੇ ਮੰਨਣ ਦਾ ਕੀ ਮਤਲਬ ਹੈ? ਮੰਨਣ ਦਾ ਮਤਲਬ ਹੈ ਪ੍ਰਣ ਕਰਨਾ ਕਿ ਮੈਂ ਗੁਰੂ ਦਾ ਇੱਕ ਇੱਕ ਅੱਖਰ ਮੰਨਦਾ ਤੇ ਗੁਰੂ ਬਿਨਾਂ ਹੋਰ ਕੋਈ ਨਹੀਂ, ਗੁਰੂ ਬਿਨਾਂ ਮੇਰੇ ਜੀਵਨ ਵਿੱਚ ਹੋਰ ਕੋਈ ਨਹੀਂ। ਗੁਰੂ 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 ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਈ। ਇਹ ਗੱਲ ਜਦੋਂ ਦ੍ਰਿੜਤਾ ਨਾਲ ਸਮਝ ਆ ਜਾਵੇ। ਸੇ ਮੱਥੇ ਨੇ ਚਲ ਰਹੇ, ਸਾਹਿਬ ਕਹਿੰਦੇ ਉਹਨਾਂ ਦੀ ਮੱਤ ਟਿਕੀ ਰਹਿੰਦੀ ਹੈ, ਇੱਕ ਅਵਸਥਾ ਤੇ ਟਿਕੀ ਰਹਿੰਦੀ ਹੈ। ਜਿਹਨੂੰ ਗੁਰ ਧਰਿਆ ਹੱਥ, ਜਿਨ੍ਹਾਂ ਦੇ ਸਿਰ ਉੱਤੇ, ਜਿਨ੍ਹਾਂ ਦੀ ਮੱਤ ਦੇ ਵਿੱਚ ਗੁਰੂ ਸ਼ਬਦ ਦੇ ਗਿਆਨ ਦਾ ਪ੍ਰਗਾਸ਼ ਹੋ ਗਿਆ ਹੈ, ਸੱਚੇ ਗੁਰੂ ਜੀ ਨੇ ਆਪ ਕਿਰਪਾ ਕਰਕੇ ਉਹਨਾਂ ਦੇ ਸਿਰ ਉੱਪਰ ਮੇਰੀ ਰਹਿਮਤ ਦਾ ਹੱਥ ਰੱਖ ਦਿੱਤਾ ਹੈ। ਗੁਰੂ ਅੰਮ੍ਰਿਤ ਨਾਮ ਪਿਆਲਿਆ, ਜਨਮ ਮਰਨ ਕਾ ਪਥ। ਸਤਿਗੁਰੂ ਦੇ ਰਾਹੀਂ, ਗੁਰੂ ਦੇ ਸਿਹਾਰੀ ਹੈ, ਸਤਿਗੁਰੂ ਦੇ ਰਾਹੀਂ ਗੁਰੂ ਸ਼ਬਦ ਦੇ ਵਿੱਚੋਂ ਸੱਚ ਰੂਪੀ ਸ਼ੁਭ ਗੁਣਾਂ ਦਾ ਆਤਮਿਕ ਜੀਵਨ ਚੜ੍ਹਦੀ ਕਲਾ ਦਾ ਅੰਮ੍ਰਿਤ ਜਦੋਂ ਪਰਮਾਤਮਾ ਦੇ ਹੁਕਮ ਦਾ ਗੁਰੂ ਨੇ ਪਿਲਾਇਆ ਤੇ ਕੀ ਹੋਇਆ? ਜਨਮ ਮਰਨ ਕਾ ਪਥ। ਜੀਵਨ ਜਨਮ ਮਰਨ ਦਾ ਗੇੜ ਜੋ ਸੀ ਜੀਵਨ ਵਿੱਚੋਂ ਖਤਮ ਹੋ ਗਿਆ। ਹੁਣ ਰਸਤਾ ਸਾਫ਼ ਦਿਸਣ ਲੱਗ ਪਿਆ ਹੈ, ਐਨ ਬਿਲਕੁਲ ਸਾਫ਼ ਮੰਜ਼ਿਲ ਪਰਮਾਤਮਾ ਦੀ ਨਜ਼ਰ ਆਉਣ ਲੱਗ ਪਈ ਹੈ। ਹੁਣ ਇਹ ਵੱਡਿਆਂ ਭਾਗਾਂ ਵਾਲਾ ਜੀਵਨ ਹੈ ਕਿ ਆਤਮਿਕ ਜੀਵਨ ਚੜ੍ਹਦੀ ਕਲਾ 'ਚ ਹੈ ਤੇ ਸੱਚ ਰੂਪੀ ਅੰਮ੍ਰਿਤ ਇਹ ਮਨ ਰੋਜ਼ ਪੀਣ ਲੱਗ ਪਿਆ ਹੈ। ਗੁਰੂ ਅੰਮ੍ਰਿਤ ਨਾਮ ਪਿਆਲਿਆ, ਗੁਰੂ ਜੀ ਦੇ ਰਾਹੀਂ, ਸਤਿਗੁਰੂ ਜੀ ਨੇ ਸ਼ਬਦ ਗੁਰੂ ਦੇ ਰਾਹੀਂ ਸੱਚ ਦਾ ਅੰਮ੍ਰਿਤ ਮੈਨੂੰ ਪਿਆਇਆ ਹੈ, ਜਿਹਦੇ ਨਾਲ ਜਨਮ ਮਰਨ ਕਾ ਪਥ, ਜਿਹੜਾ ਜੰਮਣ ਮਰਨ ਦਾ ਜਿਹੜਾ ਡਰ ਸੀ ਨਾ, ਭੈ ਸੀ ਨਾ, ਜਿਹੜਾ ਰੋਜ਼ ਮਨ ਵਿਕਾਰਾਂ ਵਿੱਚ ਜਨਮ ਲੈਂਦਾ ਸੀ, ਮਰਦਾ ਸੀ, ਉਹ ਖਤਮ ਹੋ ਗਿਆ ਹੈ। ਗੁਰ ਪਰਮੇਸ਼ਰ ਸੇਵਿਆ, ਭੈ ਭੰਜਨ ਦੁਖ ਲੱਥ। ਗੁਰੂ ਜੀ ਦੇ ਰਾਹੀਂ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਫੋਲੋ ਕੀਤਿਆਂ, ਉਹਦੀ ਸੇਵਾ ਕੀਤਿਆਂ, ਭੈ ਡਰ ਭੰਜਨ ਖਤਮ ਹੋ ਗਏ। ਸਾਰੇ ਡਰ ਜੀਵਨ ਦੇ ਵਿੱਚੋਂ ਮੁੱਕ ਗਏ, ਦੁੱਖ ਲੱਥ ਤੇ ਸਾਰੇ ਦੁੱਖ ਜੀਵਨ ਵਿੱਚੋਂ ਖਤਮ ਹੋ ਗਏ। ਸਤਿਗੁਰੂ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਗਹਿਰ ਦਾ ਅਰਥ ਹੁੰਦਾ ਡੂੰਘਾ, ਗੰਭੀਰ ਦਾ ਅਰਥ ਹੁੰਦਾ ਵੱਡੇ ਜਿਗਰੇ ਵਾਲਾ, ਸਾਗਰ ਦਾ ਅਰਥ ਹੈ ਸਮੁੰਦਰ, ਅਗ ਖੰਡ ਪਾਪਾਂ ਦਾ ਨਾਸ਼ ਕਰਨ ਵਾਲਾ। ਸਤਿਗੁਰੂ ਮਾਨੋ ਇੱਕ ਡੂੰਘਾ, ਸਤਿਗੁਰੂ ਗਹਿਰ ਗੰਭੀਰ ਹੈ, ਸਤਿਗੁਰੂ ਮਾਨੋ ਇੱਕ ਡੂੰਘਾ ਗਿਆਨ ਦਾ ਸਮੁੰਦਰ ਹੈ ਜੋ ਬਹੁਤ ਗਹਿਰਾ ਹੈ ਤੇ ਬੜੇ ਵੱਡੇ ਜਿਗਰੇ ਵਾਲਾ ਹੈ ਗੁਰੂ, ਕਿ ਸਾਡੇ ਗੁਨਾਹਾਂ ਨੂੰ ਵੇਖ ਕੇ ਵੀ ਸਾਨੂੰ ਮਾਫ ਕਰਦਾ ਹੈ। ਸੁਖ ਸਾਗਰ ਅਖੰਡ, ਤੇ ਗੁਰੂ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਸਾਡੇ ਜੀਵਨ ਵਿੱਚੋਂ ਮੈਲੀਆਂ ਵਿਚਾਰਾਂ, ਮੈਲੇ ਖਿਆਲਾਂ ਦਾ ਨਾਸ਼ ਕਰਨ ਵਾਲਾ ਹੈ। ਜੇ ਸਾਡਾ ਮਨ ਗੁਰੂ ਦੀ ਮੱਤ ਤੇ ਤੁਰ ਪਵੇ, ਸਾਡੇ ਵਿੱਚੋਂ ਮੈਲੇ ਖਿਆਲ, ਬੁਰੇ ਵਿਚਾਰ, ਬੁਰਾ ਜੀਵਨ ਖਤਮ ਹੋ ਸਕਦਾ ਹੈ। ਜਿਨ ਗੁਰ ਸੇਵਿਆ ਆਪਣਾ, ਜਮਦੂਤ ਨ ਲਾਗੇ ਡੰਡ। ਜਿਨ੍ਹਾਂ ਮਨੁੱਖਾਂ ਨੇ
ਆਪਣੇ ਗੁਰੂ ਜੀ ਦੀ ਸੇਵਾ ਕਰਨੀ ਸ਼ੁਰੂ ਕਰਤੀ ਹੈ। ਭਾਵ ਗੁਰੂ ਜੀ ਦੀ ਸੇਵਾ, ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀ ਹੈ? ਕੇਵਲ ਰੁਮਾਲੇ ਚੜਾਉਣੇ, ਚੌਰ ਕਰਨਾ, ਪਾਲਕੀਆਂ ਸੋਨੇ ਦੀਆਂ ਬਣਾ ਦੇਣੀਆਂ ਨਹੀਂ। ਇੱਕ ਸੇਵਾ ਦਾ ਪੱਖ ਹੈ। ਅਸਲੀ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ। ਜਿਨ੍ਹਾਂ ਨੇ ਸੱਚੇ ਗੁਰੂ ਸ਼ਬਦ ਦੇ ਹੁਕਮ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ, ਜਮਦੂਤ ਨਾ ਲਾਗੇ ਡੰਡ। ਜਮਦੂਤ ਦਾ ਅਰਥ ਹੈ ਵਿਕਾਰਾਂ ਰੂਪੀ ਜਮਾਂ ਦੀ ਮੌਤ ਦਾ ਭੈ ਉਹਨਾਂ ਦੇ ਵਿੱਚੋਂ ਖਤਮ ਹੋ ਜਾਂਦਾ ਹੈ। ਫਿਰ ਉਹ ਵਿਕਾਰਾਂ ਦੇ ਡੰਡੇ ਤੋਂ ਨਹੀਂ ਡਰਦੇ, ਫਿਰ ਉਹ ਵਿਕਾਰਾਂ ਦੇ ਇਸ ਭੈ ਤੋਂ ਨਹੀਂ ਡਰਦੇ, ਫਿਰ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦੇ ਨੇ। ਫਿਰ ਉਹਨਾਂ ਨੂੰ ਇਹਨਾਂ ਜਮਾਂ ਤੋਂ ਸਤਿਗੁਰੂ ਜੀ ਮੁਕਤ ਕਰ ਲੈਂਦੇ ਹਨ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਿਮੰਡ। ਜਮ ਡੰਡ ਦਾ ਅਰਥ ਹੈ ਸਜ਼ਾ, ਜਿਹਨੂੰ ਆਪਾਂ ਡੰਡ ਕਹਿੰਦੇ, ਆਪਾਂ ਕਹਿੰਦੇ ਪਨਿਸ਼ ਕਰਨਾ। ਹੁਣ ਇਹ ਜਮਦੂਤ ਕਿਸ ਤਰ੍ਹਾਂ ਪਨਿਸ਼ ਕਰਦੇ ਨੇ? ਜਮ ਕ੍ਰੋਧ ਕਦੀ ਸਾਨੂੰ ਪਨਿਸ਼ ਕਰਦਾ ਹੈ, ਕਦੀ ਅਸੀਂ ਲੋਭ ਤੋਂ ਪਨਿਸ਼ ਹੁੰਦੇ ਹਾਂ। ਭਾਵ ਇਹ ਸਾਡੇ ਜੀਵਨ ਵਿੱਚ ਇਸ ਤਰੀਕੇ ਨਾਲ ਘਰ ਕੀਤੇ ਹੋਏ ਨੇ ਕਿ ਸਾਡਾ ਮਤ ਸੱਚ ਸੋਚ ਹੀ ਨਹੀਂ ਪਾਉਂਦੀ। ਸਾਡੇ ਅੰਦਰ ਲਾਲਚ ਬਣਿਆ ਰਹਿੰਦਾ ਹੈ, ਸਾਡੇ ਅੰਦਰ ਲਾਲਸਾ ਬਣੀ ਰਹਿੰਦੀ ਹੈ। ਇਹ ਲਾਲਚ ਤੇ ਲਾਲਸਾਵਾਂ ਦੇ ਵਿੱਚੋਂ ਹੀ ਜੇ ਕੋਈ ਸਾਡੇ ਲਾਲਚ ਦੀ ਪੂਰਤੀ ਕਰ ਦੇਵੇ, ਅਸੀਂ ਉਹਨੂੰ ਆਪਣਾ ਸਮਝਦੇ ਹਾਂ, ਤੇ ਜੇ ਕੋਈ ਸਾਡੀ ਲਾਲਚ ਦੀ ਪੂਰਤੀ ਨਹੀਂ ਕਰਦਾ, ਸਾਡੇ ਵਾਸਤੇ ਦੁਸ਼ਮਣ ਬਣ ਜਾਂਦਾ ਹੈ। ਕਿਉਂਕਿ ਲਾਲਸਾਵਾਂ ਦੇ ਉੱਪਰ ਰਿਸ਼ਤੇ ਖਲੋਤੇ ਨੇ। ਪਰ ਜਿੱਦਣ ਗੁਰੂ ਦੇ ਹੁਕਮ ਤੇ ਜੀਵਨ ਤੁਰਨ ਲੱਗ ਪੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸੇਵਾ, ਗੁਰੂ ਨੂੰ ਫੋਲੋ ਕਰਨ ਲੱਗ ਪੈਂਦਾ ਹੈ, ਉਹਨਾਂ ਦੇ ਵਿੱਚੋਂ ਇਹ ਵਿਕਾਰ ਜਿਹੜੇ ਨੇ ਨਾਸ਼ ਹੋਣ ਲੱਗ ਪੈਂਦੇ ਨੇ, ਵਸ ਵਿੱਚ ਆਉਣ ਲੱਗ ਪੈਂਦੇ ਨੇ। ਫਿਰ ਉਹਨਾਂ ਦੀ ਸਜ਼ਾ ਵਿਕਾਰਾਂ ਦੀ ਫਿਰ ਇਹ ਮਨ ਨਹੀਂ ਲੈਂਦਾ, ਫਿਰ ਇਹ ਮਨ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦਾ ਹੈ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਿਮੰਡ। ਗੁਰੂ ਨਾਲ ਤੁਲ, ਗੁਰੂ ਦੇ ਬਰਾਬਰ। ਤੁਲ ਦਾ ਅਰਥ ਹੈ ਬਰਾਬਰ, ਨਾ ਲੱਗੇ ਕੋਈ ਨਹੀਂ ਲੱਭਿਆ। ਖੋਜ ਡਿਠਾ ਬ੍ਰਹਿਮੰਡ, ਸਾਰੇ ਜਗਤ ਨੂੰ ਮੈਂ ਖੋਜ ਕੇ ਵੇਖ ਲਿਆ। ਸਭ ਕਹਿੰਦੇ ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਏ, ਕੋਈ ਵੀ ਮੇਰੇ ਗੁਰੂ ਦੇ ਬਰਾਬਰ ਦਾ ਮੈਨੂੰ ਨਹੀਂ ਲੱਭਿਆ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮੈਂ ਮੰਡ। ਨਿਧਾਨ ਦਾ ਅਰਥ ਹੈ ਖਜ਼ਾਨਾ। ਸਤਿਗੁਰੂ ਸੱਚੇ ਗੁਰੂ ਨੇ ਮੰਡਿਆ ਹੈ, ਧਾਰਿਆ ਹੈ। ਸਭ ਕਹਿੰਦੇ ਹੇ ਨਾਨਕ, ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਗੁਰੂ ਦੇ ਗਿਆਨ ਨੇ ਜਿਸ ਮਨੁੱਖ ਨੂੰ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ, ਭਾਵ ਜਿਹਦੇ ਜੀਵਨ ਦੇ ਵਿੱਚ ਸ਼ੁਭ ਗੁਣ ਪ੍ਰਗਾਸ ਕਰਨ ਲੱਗ ਪਏ। ਜਿਹੜਾ ਮਨ ਪਹਿਲਾਂ ਕ੍ਰੋਧ ਚਿਤਵਦਾ ਸੀ, ਲਾਲਚ ਚਿਤਵਦਾ ਸੀ, ਹੰਕਾਰ ਚਿਤਵਦਾ ਸੀ, ਹੁਣ ਉਹ ਗੁਰੂ ਦੀ ਮੱਤ ਤੇ ਚੱਲ ਕੇ ਨਿਮਾਣਾ ਹੋ ਕੇ ਰਹਿੰਦਾ। ਉਹਨੂੰ ਸਮਝ ਪੈ ਗਈ ਹੈ ਮੇਰੇ ਗੁਰੂ ਦਾ ਹੁਕਮ ਆ, ਆਪ ਸਵਾਰੇ ਮੈਂ ਮਿਲੇ। ਮੈਂ ਆਪਣੇ ਆਪ ਨੂੰ ਸਵਾਰਨਾ ਹੈ। ਸਭ ਤੋਂ ਪਹਿਲਾਂ ਮੈਂ ਪੋਜ਼ਿਟਿਵ ਸੋਚਣਾ ਹੈ। ਜਦੋਂ ਪੋਜ਼ਿਟਿਵ ਸੋਚਦੇ ਜਾਵਾਂਗੇ, ਨੈਗੇਟਿਵਿਟੀ ਮਾਈਨਸ ਹੁੰਦੀ ਜਾਊਗੀ। ਕਦੀ ਖਿਆਲ ਕਰਨਾ ਤੁਸੀਂ, ਕਈਆਂ ਮਨੁੱਖਾਂ ਦੇ ਪਰਿਵਾਰਾਂ ਦੇ ਜੀਵਨ ਨੂੰ ਵਾਚਿਓ, ਬੜੀ ਨੈਗੇਟਿਵਿਟੀ ਮਿਲੇਗੀ, ਬੜੇ ਉੱਥੋਂ ਨੈਗੇਟਿਵਿਟੀ ਦੀ ਵਾਈਬਸ ਨਿਕਲਣਗੀਆਂ। ਕਿਉਂਕਿ ਉੱਥੇ ਹਰ ਵਕਤ ਕ੍ਰੋਧ ਚਿਤਵਿਆ ਜਾ ਰਿਹਾ ਹੈ, ਹਰ ਵਕਤ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਹੈ, ਇੱਕ ਛੱਤ ਥੱਲੇ ਦੁਸ਼ਮਣ ਰਹਿ ਰਹੇ ਨੇ, ਨੈਗੇਟਿਵਿਟੀ ਹੈ। ਕਿਉਂਕਿ ਇੱਕ ਬੰਦਾ ਨੈਗੇਟਿਵ ਚਿਤਵਦਾ ਹੈ, ਉਹਦੇ ਕਿਰਨਾਂ ਸਾਰੇ ਬੰਨੇ ਜਾਂਦੀਆਂ ਨੇ। ਹੁਣ ਗੁਰਮਤਿ ਤੇ ਧਾਰਨੀ ਗੁਰੂ ਸ਼ਬਦ ਜਦੋਂ ਘਰ ਵਿੱਚ ਆਉਣ ਲੱਗਦਾ ਹੈ, ਇੱਕ ਵੀ ਜੀਵ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਫਾਲੋ ਕਰਨ ਲੱਗ ਪੈਂਦਾ, ਹੁਣ ਉਹਦੇ ਅੰਦਰ ਚੰਗੇ ਵਿਚਾਰ ਪੈਦਾ ਹੋਣ ਲੱਗ ਪੈਂਦੇ ਨੇ। ਨਾਮ ਨਿਧਾਨ, ਨਿਧਾਨ ਦਾ ਅਰਥ ਹੈ ਸੱਚ ਦਾ ਖਜ਼ਾਨਾ, ਸ਼ੁਭ ਗੁਣਾਂ ਦਾ ਖਜ਼ਾਨਾ ਉਹਦੇ ਵਿੱਚ ਪ੍ਰਗਾਸ ਹੋਣ ਲੱਗ ਪੈਂਦਾ ਹੈ। ਸਤਿਗੁਰੂ ਦੀਆ, ਸੱਚੇ ਗੁਰੂ ਦੇ ਰਾਹੀਂ ਉਹਨੂੰ ਮਿਲਣ ਲੱਗ ਪੈਂਦਾ ਹੈ। ਸੁਖ ਨਾਨਕ ਮਨ ਮੈਂ ਮੰਡ, ਤੇ ਉਹਦਾ ਜੀਵਨ ਸਦਾ ਸੁੱਖਾਂ ਨਾਲ ਭਰਪੂਰ ਹੋ ਜਾਂਦਾ ਹੈ, ਤੇ ਉਹ ਸਦਾ ਸੁੱਖਾਂ ਨੂੰ, ਆਤਮਿਕ ਜੀਵਨ ਦੇ ਸੱਚੇ ਸੁੱਖਾਂ ਨੂੰ ਮਾਣਦਾ ਹੈ, ਤੇ ਚੜ੍ਹਦੀ ਕਲਾ ਵਾਲਾ ਬਣ ਜਾਂਦਾ ਹੈ। ਉਹਦੇ ਵਿੱਚੋਂ ਢਹਿੰਦੀ ਕਲਾ ਖਤਮ ਹੋ ਜਾਂਦੀ ਹੈ। ਉਹ ਫਿਰ ਹਰ ਇੱਕ ਰਸਤੇ ਦੇ ਉੱਪਰ ਕੌਨਫੀਡੈਂਸ ਦੇ ਨਾਲ, ਸੱਚ ਨਾਲ ਤੁਰਦਾ ਹੈ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਸਾਨੂੰ ਤਾਕੀਦ ਕੀਤੀ ਹੈ। ਸੱਚੇ ਗੁਰੂ ਦੀ ਮਹਾਨਤਾ ਸਮਝਾਈ ਹੈ ਕਿ ਕਿਵੇਂ ਗੁਰੂ ਜੀ ਦੇ ਨਾਲ ਲੱਗ ਕੇ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੋਲੋ ਕਰਦੇ ਹਾਂ ਨਾ, ਜਦੋਂ ਗੁਰੂ ਸ਼ਬਦ ਤੇ ਤੁਰਦੇ ਹਾਂ,
ਤੇ ਜੀਵਨ ਦੇ ਵਿੱਚ ਜਦੋਂ ਪ੍ਰੈਕਟਿਸ ਕਰਦੇ ਆ ਇਹਨੂੰ ਅਪਣਾਉਣ ਦੀ, ਹੌਲੀ ਹੌਲੀ ਜੀਵਨ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦਾ। ਆਪਾਂ ਕਦੀ ਖਿਆਲ ਕਰਨਾ, ਤੁਸੀਂ ਕਈ ਵਾਰੀ ਇਹ ਬਚਨ ਕਹੇ ਹੋਣਗੇ ਜਾਂ ਸੁਣੇ ਹੋਣਗੇ, ਅੱਜ ਮੇਰੇ ਮਨ ਤੇ ਬੋਝ ਆ। ਬੋਝ ਕਦੋਂ ਪੈਂਦਾ? ਜਦੋਂ ਅਸੀਂ ਕੋਈ ਝੂਠ ਬੋਲਦੇ ਆ ਜਾਂ ਕੋਈ ਗਲਤ ਗੱਲ ਸਾਡੇ ਉੱਤੇ ਅਸਰ ਕਰਦੀ ਹੈ। ਤੇ ਕਈ ਵਾਰੀ ਆਪਾਂ ਇਹ ਕਹਿੰਦੇ ਅੱਜ ਮੈਂ ਸੱਚ ਕਹਿਤਾ, ਮੈਂ ਤੇ ਹੌਲਾ ਹੋ ਗਿਆ, ਕਿਉਂਕਿ ਸੱਚ ਹੈ ਹੀ ਹਲਕਾ ਹੈ। ਸੱਚ ਜਿਹੜਾ ਮਨੁੱਖ ਬੋਲਦਾ ਹੈ ਨਾ, ਉਹ ਸਾਰੀ ਜ਼ਿੰਦਗੀ ਹੌਲਾ ਜੀਵਨ ਜਿਉਂਦਾ ਹੈ, ਤੰਦਰੁਸਤ ਜੀਵਨ ਜਿਉਂਦਾ ਹੈ, ਕਿਉਂਕਿ ਉਹਦੇ ਮਨ ਵਿੱਚ ਬੇਈਮਾਨੀ ਰਹਿੰਦੀ ਕੋਈ ਨਹੀਂ। ਤੇ ਇਹ ਗੱਲ ਸਾਰੀ ਸਮਝਾਉਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਨੇ। ਸੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਲੀਡਰ ਮੰਨੀਏ, ਗੁਰੂ ਗ੍ਰੰਥ ਸਾਹਿਬ ਦੀ ਮੱਤ ਨੂੰ ਅਪਣਾਈਏ, ਗੁਰੂ ਦੇ ਹੁਕਮ ਤੇ ਚੱਲੀਏ। ਮੈਂ ਇੱਕ ਗੱਲ ਦਾਅਵੇ ਨਾਲ ਗੁਰੂ ਦੇ ਭੈ ਵਿੱਚ ਰਹਿ ਕੇ ਕਹਿਣਾ, ਜਿੱਦਣ ਅਸੀਂ ਗੁਰੂ ਦੀ ਮੱਤ ਨੂੰ ਫੋਲੋ ਕਰਨ ਲੱਗ ਪਵਾਂਗੇ, ਤੁਹਾਡਾ ਘਰ ਸਵਰਗ ਬਣ ਜਾਊਗਾ, ਸੁੱਖ ਵਸਣ ਲੱਗ ਪਵੇਗਾ, ਘਰ ਪਵਿੱਤਰ ਹੋ ਜਾਵੇਗਾ। ਕਿਤੇ ਤੁਰ ਕੇ ਵੇਖੀਏ, ਅਪਣਾ ਕੇ ਵੇਖੀਏ ਗੁਰੂ ਦੇ ਹੁਕਮ ਨੂੰ। ਸੋ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਗੁਰੂ ਪਿਆਰੀ ਸੰਗਤ ਬਖਸ਼ਣ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।